ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰ ਅਸੀਂ ਚਰਿੱਤਰ ਨੰਬਰ 16 ਨੂੰ ਵਿਚਾਰਿਆ ਸੀ ਤੇ ਅੱਧੇ ਚਰਿੱਤਰ ਦੀ ਵਿਆਖਿਆ ਅਸੀਂ ਕੀਤੀ ਸੀ। ਮੋਟੇ ਤੌਰ ਤੇ ਫਿਰ ਜਾਣ ਲਈਏ, ਇੱਕ ਵੇਸ਼ਵਾ ਆਈ ਹੈ ਸਤਲੁਜ ਨਦੀ ਦੇ ਕੰਢੇ। ਉੱਥੇ ਦੇ ਰਾਜੇ ਨੂੰ ਰੁਝਾਉਣਾ ਚਾਹੁੰਦੀ ਸੀ, ਪਰ ਉਹਦਾ ਕੋਈ ਜੰਤਰ ਮੰਤਰ ਤੰਤਰ ਕੰਮ ਨਾ ਆਇਆ। ਆਖਰ ਇੱਕ ਦਿਨ ਉਹ ਜੋਗੀ ਦਾ ਭੇਸ ਬਣਾ ਕੇ ਰਾਜੇ ਕੋਲ ਗਈ। ਉਸ ਦਿਨ ਵੀ ਗੱਲ ਨਹੀਂ ਬਣੀ। ਫਿਰ ਰਾਜੇ ਨੇ ਆਪਣਾ ਬੰਦਾ ਭੇਜਿਆ। ਉਹ ਰਾਜਾ ਜਿਹੜਾ ਸੀ ਉਹ ਉਸ ਜੋਗੀ ਤੋਂ ਕੋਈ ਮੰਤਰ ਲੈਣਾ ਚਾਹੁੰਦਾ ਸੀ। ਸਾਰੀ ਪਲੈਨਿੰਗ ਦੇ ਨਾਲ ਰਾਜਾ ਫਿਰ ਜੋਗੀ ਨੂੰ ਮਿਲਿਆ ਅੱਧੀ ਰਾਤ ਨੂੰ। ਤਾਂ ਉੱਥੇ ਜਿੰਨੀ ਲੋਕ ਬੈਠੇ ਸਨ, ਰਾਜੇ ਨੂੰ ਹੁਕਮ ਕੀਤਾ ਉਸ ਜੋਗੀ ਨੇ ਕਿ ਇਹਨਾਂ ਨੂੰ ਭੇਜ ਦਿਓ। ਰਾਜੇ ਨੇ ਸਾਰਿਆਂ ਨੂੰ ਉੱਥੋਂ ਜਾਣ ਨੂੰ ਕਿਹਾ। ਇੱਥੋਂ ਤੱਕ ਅਸੀਂ ਪਿਛਲੀ ਵੀਡੀਓ ਵਿੱਚ ਵਿਚਾਰ ਕੀਤੀ ਸੀ। ਇੱਕ ਗੱਲ ਹੋਰ ਦੱਸ ਦੇਵਾਂ ਕਿ ਇਹ 16 ਨੰਬਰ ਚਰਿੱਤਰ ਜਿਹੜਾ ਅਸੀਂ ਵਿਚਾਰ ਰਹੇ ਹਾਂ, ਇਸ ਨੂੰ ਧਿਆਨ ਪੂਰਵਕ ਸੁਣਨਾ, ਕਿਉਂਕਿ ਇਹ ਚਰਿੱਤਰ ਜਿਹੜਾ ਹੈ ਸਿੱਖੀ ਨੂੰ ਖਤਮ ਕਰਨ ਲਈ ਜਿਹੜੇ 404 ਚਰਿੱਤਰ ਦੀ ਰਚਨਾ ਕੀਤੀ ਗਈ ਹੈ। ਅਸਲ ਵਿੱਚ ਲਿਖਾਰੀ ਸਾਨੂੰ 5 ਚਰਿੱਤਰ ਦੇਣੇ ਚਾਹੁੰਦਾ ਸੀ। ਜੇ ਸਿੱਧੇ ਹੀ 5 ਚਰਿੱਤਰ ਲਿਖਦਾ ਤਾਂ ਫਿਰ ਸਿੱਖਾਂ ਨੇ ਉਸ ਲਿਖਾਰੀ ਨੂੰ ਵਾਖਣਾ ਨਹੀਂ ਸੀ ਜਿਸ ਨੇ ਵੀ ਇਹ ਲਿਖਿਆ। ਅਗਰ ਜੇ ਪੰਜਾਬੀ ਵਿੱਚ ਲਿਖਦਾ ਤਾਂ ਉਦੋਂ ਹੀ ਉਹਦਾ ਫੈਸਲਾ ਹੋ ਜਾਣਾ ਸੀ। ਲਿਖੇ ਬ੍ਰਿਜ ਭਾਸ਼ਾ ਵਿੱਚ ਲਿਖੇ ਇਹ 5 ਚਰਿੱਤਰ ਜਿਹੜੇ ਨੇ ਉਹ 404 ਚਰਿੱਤਰਾਂ ਵਿੱਚ ਰਲਾ ਕੇ ਲਿਖੇ, ਤਾਂ ਕਿ ਲੋਕਾਂ ਦਾ ਬ੍ਰੇਨ ਜਿਹੜਾ ਹੈ, ਦਿਮਾਗ ਥੱਕ ਜਾਂਦਾ ਹੈ। ਜਦੋਂ ਐਡਾ ਵੱਡਾ ਤੁਸੀਂ ਗ੍ਰੰਥ ਪੜ੍ਹੋਗੇ 1503 ਪੰਨਿਆਂ ਦਾ, ਜਿਹੜਾ ਅਰਥਾਂ ਸਮੇਤ ਹੈ। ਵੈਸੇ ਤਾਂ 600 ਕੁਝ 95 ਪੰਨੇ ਬਣਦੇ ਨੇ, ਪਰ 1503 ਪੰਨੇ ਦਾ ਜਦੋਂ ਤੁਸੀਂ ਪੂਰਾ ਇਹ ਕਿਤਾਬਚਾ ਪੜ੍ਹੋਗੇ ਤਾਂ ਤੁਹਾਡਾ ਦਿਮਾਗ ਉਵੇਂ ਡਲ ਹੋ ਜਾਂਦਾ, ਕਿਉਂਕਿ ਕਿਸੇ ਚਰਿੱਤਰ ਵਿੱਚ ਵੀ ਕੋਈ ਵੀ ਕੰਮ ਦੀ ਗੱਲ ਨਹੀਂ ਅਸ਼ਲੀਲਤਾ ਤੋਂ ਬਗੈਰ ਜਾਂ ਐਵੇਂ ਹੀ ਬੇਢਵੀਆਂ ਗੱਲਾਂ ਕਰਨ ਤੋਂ ਇਲਾਵਾ ਇਹਨਾਂ 404 ਚਰਿੱਤਰਾਂ ਵਿੱਚ ਕੁਝ ਵੀ ਐਸਾ ਨਹੀਂ ਜਿਹੜਾ ਸਾਡੇ ਜੀਵਨ ਵਿੱਚ ਸਾਨੂੰ ਲਾਹਾ ਪਹੁੰਚਾ ਸਕੇ। ਅਸਲ ਵਿੱਚ ਉਹ 5 ਚਰਿੱਤਰ ਜਿਹੜੇ ਜ਼ਹਿਰ ਦੇ ਵਿੱਚ ਜ਼ਹਿਰ ਸੀ, ਜਿਹੜੀ ਸਾਡੇ ਲਈ ਉਹ ਮਿਲਾ ਕੇ 404 ਚਰਿੱਤਰਾਂ ਵਿੱਚ ਸਾਨੂੰ ਦਿੱਤੀ ਗਈ ਹੈ। ਅਤੇ ਉਹਦਾ ਆਧਾਰ ਜਿਹੜਾ ਇਹ 16 ਨੰਬਰ ਚਰਿੱਤਰ ਹੈ। ਇੱਥੇ ਰਾਜਾ ਹੀ ਲਿਖਿਆ। ਥੋੜ੍ਹਾ ਜਿਹਾ ਇਸ਼ਾਰਾ ਅਸੀਂ ਅੱਗੇ ਪੜ੍ਹਾਂਗੇ ਕਿ ਕਿੱਧਰ ਨੂੰ ਇਸ਼ਾਰਾ ਕਰਦਾ ਹੈ ਕਵੀ, ਅਤੇ ਅੱਗੇ ਜਦੋਂ 21, 22, 23 ਚਰਿੱਤਰ ਪੜ੍ਹਾਂਗੇ ਉਦੋਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆ ਜਾਣੀ। ਰਾਜੇ ਨੂੰ ਜਦ ਇਕੱਲਿਆਂ ਵੇਖਿਆ ਤਦ ਜੋਗੀ ਨੇ ਇਸ ਤਰ੍ਹਾਂ ਕਿਹਾ, ਮੈਂ ਤੁਹਾਨੂੰ ਇੱਕ ਚਮਤਕਾਰ ਵਿਖਾਉਂਦਾ ਹਾਂ, ਉਸ ਤੋਂ ਬਾਅਦ ਤੈਨੂੰ ਮੰਤਰ ਸਿਖਾਵਾਂਗਾ। ਮੈਂ ਪੁਰਸ਼ ਤੋਂ ਇਸਤਰੀ ਅਤੇ ਇਸਤਰੀ ਤੋਂ ਪੁਰਸ਼ ਹੋ ਜਾਵਾਂਗਾ। ਪੁਰਸ਼ ਹੋ ਕੇ ਤੈਨੂੰ ਮੈਂ ਮੰਤਰ ਸਿਖਾਵਾਂਗਾ, ਅਤੇ ਇਸਤਰੀ ਹੋ ਕੇ ਉਹ ਕਹਿ ਰਿਹਾ ਕਿ ਤੁਸੀਂ ਮੇਰੇ ਨਾਲ ਗਲਤ ਕੰਮ ਕਰਨਾ। ਮੈਂ ਪੂਰੇ ਅੱਛੇ ਅਰਥ ਨਹੀਂ ਕਰਾਂਗਾ, ਕਿਉਂਕਿ ਸਾਰੇ ਲੋਕ ਫਿਰ ਨਹੀਂ ਸੁਣ ਸਕਣਗੇ, ਅਤੇ ਇਸ ਕਰਕੇ ਮੈਂ ਥੋੜ੍ਹੇ ਜਿਹੇ ਗੋਲ ਮੋਲ ਅਰਥ ਹੀ ਕਰ ਰਿਹਾ ਹਾਂ। ਮੰਤਰ ਦੇਣ ਵਾਲਾ ਅੱਗੋਂ ਜਿਹੜਾ ਰਾਜਾ ਕੀ ਕਹਿ ਰਿਹਾ, ਮੰਤਰ ਦੇਣ ਵਾਲਾ ਪੁਰਸ਼ ਪਿਤਾ ਅਤੇ ਮੰਤਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ। ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਪਰ ਗਲਤ ਕੰਮ ਨਹੀਂ ਕੀਤਾ ਜਾਂਦਾ ਜਿਹੜਾ ਉਹ ਇਸਤਰੀ ਕਰਨ ਨੂੰ ਕਹਿ ਰਹੀ ਸੀ। ਬਹੁਤ ਵਰਸ਼ ਤੱਕ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਫਿਰ ਬਹੁਤ ਯਤਨ ਕਰਕੇ ਮੰਤਰ ਹਾਸਲ ਕਰਨਾ ਚਾਹੀਦਾ ਹੈ। ਉਸ ਲਈ ਉਸ ਦੇ ਸਾਹਮਣੇ ਸੀਸ ਨਿਵਾਉਣਾ ਚਾਹੀਦਾ ਹੈ। ਭਾਵ ਉਹਦੀ ਗੁਰੂ ਦੀ ਇੱਜ਼ਤ ਹੀ ਕਰਨੀ ਚਾਹੀਦੀ ਹੈ, ਗਲਤ ਕੰਮ ਨਹੀਂ ਕਰਨਾ ਚਾਹੀਦਾ। ਤਦ ਜੋਗੀ ਨੇ ਇਸ ਤਰ੍ਹਾਂ ਕਿਹਾ, ਤੁਹਾਨੂੰ ਮਿਲਣ ਲਈ ਇਹ ਭੇਖ ਬਣਾਇਆ। ਪਰ ਉਹ ਇਸਤਰੀ ਨੇ ਜਿਹੜਾ ਜੋਗੀ ਦਾ ਭੇਖ ਬਣਾਇਆ ਸੀ,
ਜਿਹੜਾ ਆਨੰਦਪੁਰ ਸੌਰੀ ਜਿਹੜਾ ਸਤਲੁਜ ਦਾ ਰਾਜਾ ਸੀ, ਆਨੰਦਪੁਰ ਅੱਗੇ ਆਉਣਾ, ਇਸ ਚਰਿੱਤਰ ਵਿੱਚ ਆਨੰਦਪੁਰ ਦਾ ਨਾਮ ਨਹੀਂ ਲਿਖਿਆ ਹੋਇਆ। ਸਤਲੁਜ ਦਾ ਜਿਹੜਾ ਰਾਜਾ, ਸਤਲੁਜ ਦੇ ਕੰਢੇ ਦਾ ਜਿਹੜਾ ਰਾਜਾ ਸੀ, ਉਸ ਨੂੰ ਭਰਮਾਉਣ ਲਈ, ਉਸ ਨੂੰ ਫਸਾਉਣ ਲਈ ਹੀ ਉਸਨੇ ਜੋਗੀ ਦਾ ਭੇਸ ਧਾਰਨ ਕੀਤਾ ਸੀ। ਤੈਨੂੰ ਮਿਲਣ ਲਈ ਮੇਰਾ ਮਨ ਤੜਫਦਾ ਹੈ। ਇਹ ਸਾਰਾ ਕੁਝ ਉਹ ਜਿਹੜੀ ਇਸਤਰੀ ਹੈ, ਜਿਹੜੀ ਵੈਸ਼ਿਆ ਹੈ, ਉਹ ਕਹਿ ਰਹੀ ਹੈ। ਉਸ ਨੂੰ ਬਾਰ-ਬਾਰ ਕਹਿ ਰਹੀ ਮੇਰੇ ਨਾਲ ਗਲਤ ਕੰਮ ਕਰੋ। ਫਿਰ ਹੋਰ ਉਹਨੂੰ ਮਿਹਣੇ ਮਾਰ ਰਹੀ ਹੈ ਕਿ ਅਗਰ ਕੋਈ ਇਸਤਰੀ ਇਸ ਤਰ੍ਹਾਂ ਪੁਰਸ਼ ਨੂੰ ਕਹਿੰਦੀ ਹੈ, ਅਗਰ ਪੁਰਸ਼ ਉਹਦਾ ਕਹਿਣਾ ਨਹੀਂ ਮੰਨਦਾ ਹੈ, ਉਹਨੂੰ ਘੋਰ ਨਰਕ ਵਿੱਚ ਸੁੱਟਿਆ ਜਾਂਦਾ, ਉਸ ਨੂੰ ਬਹੁਤ ਪਾਪ ਲੱਗਦਾ ਹੈ, ਉਹ ਬਹੁਤ ਗਲਤ ਪੁਰਸ਼ ਹੈ। ਬੜਾ ਕੁਛ ਉਸ ਨੂੰ ਤਾਨੇ ਮਿਹਣੇ ਮਾਰਦੀ ਹੈ। ਇਹ ਮੈਂ ਸਾਰਾ ਨਹੀਂ ਪੜ੍ਹਾਂਗਾ। ਅਤੇ ਅੱਗੇ ਜਿਹੜਾ ਅਸੀਂ ਦੇਖਦੇ ਹਾਂ ਕਿ ਵਿਧਾਤਾ ਨੇ ਮੈਨੂੰ ਵੇਸਵਾ ਦੇ ਘਰ ਜਨਮ ਦਿੱਤਾ ਹੈ, ਤੈਨੂੰ ਮਿਲਣ ਲਈ ਮੈਂ ਜੋਗ ਦਾ ਭੇਖ ਲਿਆ ਹੈ। ਹੁਣ ਤੂੰ ਮਤਲਬ ਫਿਰ ਕਿਹਾ ਕਿ ਮੇਰੇ ਨਾਲ ਸੰਬੰਧ ਬਣਾਓ। ਹੋਰ ਮਿਹਣੇ ਮਾਰੇ ਕੀ ਹੋਇਆ, ਤੁਸੀਂ ਬਹੁਤ ਸਿਆਣੇ ਹੋ, ਬਹੁਤ ਜਵਾਨ ਹੋ, ਸਭ ਕੁਛ ਲਿਖਿਆ ਹੋਇਆ। ਭਾਵ ਸਾਰੀਆਂ ਅਸ਼ਲੀਲ ਗੱਲਾਂ ਜਿਹੜੀਆਂ ਇਹਦੇ ਵਿੱਚ ਭਰੀਆਂ ਹੋਈਆਂ। ਅੱਗੇ ਜਿਹੜੀ ਖਾਸ ਗੱਲ ਨੁਕਤਾ ਇੱਥੇ ਸਮਝਣਾ ਅਸੀਂ ਹੈ, ਆਹ ਜਿਹੜੀਆਂ ਮੈਂ ਹੁਣ ਲਾਈਨਾਂ ਪੜ੍ਹਨ ਲੱਗਾ, ਇਹ ਕਿਸੇ ਖਾਸ ਦਿਸ਼ਾ ਵੱਲ ਇਸ਼ਾਰਾ ਕਰ ਰਹੀਆਂ। ਇਹ ਲਾਈਨਾਂ ਨੇ ਹਰ ਪਾਸੇ ਤੋਂ ਲੋਕੀ ਤੁਹਾਡੇ ਕੋਲ ਆਉਂਦੇ ਹਨ, ਹਰ ਪਾਸੇ ਤੋਂ ਲੋਕੀ ਤੁਹਾਡੇ ਕੋਲ ਆਉਂਦੇ ਹਨ। ਜੋ ਮਨ ਦੀ ਇੱਛਾ ਹੋਵੇ ਉਹੀ ਵਰ ਪ੍ਰਾਪਤ ਕਰਦੇ ਹਨ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਜੇ ਕੋਲ ਅਗਰ ਕੋਈ ਬੰਦਾ ਆਵੇ, ਉਹ ਵਰ ਪ੍ਰਾਪਤ ਨਹੀਂ ਕਰਦਾ, ਉਹ ਧਨ ਸੁਵਿਧਾ, ਸੁੱਖ ਸੁਵਿਧਾ ਪ੍ਰਾਪਤ ਕਰਦਾ। ਵਰ ਜਿਹੜੇ ਪ੍ਰਾਪਤ ਕੀਤੇ ਜਾਂਦੇ ਨੇ, ਉਹ ਕਿਸੇ ਸੰਤ ਕੋਲੋਂ, ਬਾਬੇ ਕੋਲੋਂ ਜਾਂ ਗੁਰੂ ਕੋਲੋਂ ਹੀ ਪ੍ਰਾਪਤ ਕਰਨ ਦਾ ਵਿਧਾਨ ਸਾਡੇ ਸਮਾਜ, ਸਾਡੇ ਇਤਿਹਾਸ ਵਿੱਚ ਬਣਿਆ ਹੋਇਆ ਹੈ। ਇੱਥੇ ਗੁਰੂ ਦਾ ਨਾਂ ਨਹੀਂ ਲਿਖਿਆ, ਪਰ ਟੇਢੇ ਢੰਗ ਨਾਲ ਗੱਲ ਇਸ਼ਾਰਾ ਕਰ ਦਿੱਤਾ ਹਰ ਪਾਸੇ ਤੋਂ। ਕਿਉਂਕਿ ਜਿਹੜਾ ਰਾਜਾ ਹੈ ਉਹਦਾ ਹਰ ਪਾਸੇ ਤੋਂ ਨਹੀਂ ਆਉਂਦੇ, ਉਹਦਾ ਰਾਜੇ ਦੇ ਦੇਸ਼ ਵਿੱਚ ਰਹਿਣ ਵਾਲੇ ਲੋਕ ਆਉਣਗੇ। ਇਹ ਗੱਲ ਸਤਲੁਜ ਨਦੀ ਦੇ ਕੰਢੇ ਦੀ ਕੀਤੀ ਹੈ। ਇੱਥੇ ਕਹਿਲੂਰ ਦੇ ਵਿੱਚ ਇਹ ਪੈਂਦਾ ਹੈ। ਕਹਿਲੂਰ ਦਾ ਰਾਜਾ ਭੀਮ ਚੰਦ ਸੀ, ਉਹਦਾ ਨਾਂ ਨਹੀਂ ਲਿਖਿਆ। ਇਹ ਹੈ ਵੀ ਉਹ ਨਹੀਂ, ਇਹ ਇਸ਼ਾਰਾ ਕਿਸੇ ਹੋਰ ਪਾਸੇ ਕਰ ਰਿਹਾ। ਕਿਉਂਕਿ ਭੀਮ ਚੰਦ ਦੇ ਕੋਲ ਲੋਕੀ ਵਰ ਪ੍ਰਾਪਤ ਕਰਨ ਨਹੀਂ ਆਉਂਦੇ ਸਨ। ਸਤਲੁਜ ਨਦੀ ਦੇ ਕੰਢੇ 'ਤੇ ਵਰ ਪ੍ਰਾਪਤ ਕਿਹਦੇ ਕੋਲੋਂ ਆਉਂਦੇ ਸਨ? ਉੱਧਰ ਨੂੰ ਸਾਨੂੰ ਇਹ ਕਵੀ ਲਿਆ ਰਿਹਾ ਸ਼ਰਾਰਤ ਕਰਕੇ, ਟੇਢੇ ਢੰਗ ਨਾਲ। ਕਿਉਂਕਿ ਅੱਗੇ ਜਿਹੜੇ ਚਰਿੱਤਰ ਹੈ ਉਹਨਾਂ ਵਿੱਚ ਹੋਰ ਸਪਸ਼ਟ ਕੀਤਾ ਹੈ, ਹਰ ਪਾਸੇ ਤੋਂ ਲੋਕੀ ਤੁਹਾਡੇ ਕੋਲ ਆਉਂਦੇ ਹਨ। ਜੋ ਮਨ ਦੀ ਇੱਛਾ ਹੋਵੇ ਉਹੀ ਵਰ ਪ੍ਰਾਪਤ ਕਰਦੇ ਹਨ। ਮੇਰੇ ਤੋਂ ਕੀ ਗੁਸਤਾਖੀ ਹੋਈ ਹੈ ਕਿ ਮੈਂ ਤੁਹਾਨੂੰ ਪ੍ਰਾਪਤ ਨਹੀਂ ਕਰ ਸਕਦੀ? ਮੈਂ ਤੁਹਾਡੀ ਦਾਸਨ ਦਾਸੀ ਹੋਵਾਂਗੀ, ਪਰ ਮੇਰਾ ਕਹਿਣਾ ਮੰਨੋ। ਜਿਹੜਾ ਗਲਤ ਕੰਮ ਕਰਨ ਨੂੰ ਉਹ ਇਸਤਰੀ ਕਹਿ ਰਹੀ ਹੈ, ਉਹ ਕਹਿਣਾ ਮੇਰਾ ਮੰਨੋ। ਪਰ ਆ ਇੱਕ ਦੇਖੋ ਸ਼ਰਾਰਤ ਕਿਵੇਂ ਕੀਤੀ ਹੈ। ਉਸ ਰਾਜੇ ਨੂੰ ਚੰਗਾ ਕਹਿੰਦੇ ਕਹਿੰਦੇ ਵੀ ਨਾਲ ਮਾੜਾ ਬਣਾਉਣ ਦੀ ਕੋਸ਼ਿਸ਼ ਕੀਤੀ। ਰਾਜੇ ਨੇ ਉੱਤਰ ਦਿੱਤਾ ਕਿ ਮੈਂ ਮੰਤਰ ਸਿੱਖਣ ਲਈ ਤੇਰੇ ਘਰ ਆਇਆ ਸਾਂ, ਅੱਗੋਂ ਤੂੰ ਅਜਿਹਾ ਚਰਿੱਤਰ ਬਣਾਇਆ ਹੈ, ਮੈਂ ਤੇਰੇ ਨਾਲ ਇਹ ਗਲਤ ਕੰਮ ਨਹੀਂ ਕਰਾਂਗਾ। ਕਿਉਂ ਨਹੀਂ ਕਰਾਂਗਾ? ਕਿਉਂਕਿ ਮੇਰਾ ਧਰਮ ਦੇ ਨਸ਼ਟ ਹੋਣ ਕਾਰਨ ਮਨ ਵਿੱਚ ਬਹੁਤ ਡਰਦਾ ਹਾਂ। ਜੇ ਧਰਮ ਨਸ਼ਟ ਹੋਣ ਵਾਲੀ ਗੱਲ ਨਾ ਹੁੰਦੀ ਨਾ, ਫਿਰ ਰਾਜੇ ਨੇ ਗਲਤ ਕੰਮ ਕਰ ਲੈਣਾ ਸੀ। ਉਹ ਕਹਿੰਦਾ ਹੋਰ ਕੋਈ ਕਾਰਨ ਨਹੀਂ, ਮੈਨੂੰ ਡਰਿਆ ਕਿ ਮੇਰਾ ਧਰਮ ਨਸ਼ਟ ਨਾ ਹੋ ਜਾਏ, ਇਸ ਕਰਕੇ। ਇੱਕ ਹੋਰ ਗੱਲ ਹੈ, ਉਸਨੇ ਹੋਰ ਬਹੁਤ ਸਾਰੇ ਹਾਵ ਭਾਵ ਦਿਖਾਏ, ਬੜੇ ਹੋਰ ਢੰਗ ਤਰੀਕੇ ਵਰਤੇ। ਉਸਨੇ ਫਿਰ ਕੀ ਕਿਹਾ? ਉਹ ਵਿਹੜੇ ਵਿੱਚ ਜਾ ਕੇ ਚੋਰ ਚੋਰ ਕਹਿਣ ਲੱਗ ਪਈ। ਫਿਰ ਉਸਨੇ ਕਿਹਾ ਵੀ ਹੁਣ ਐਦਾਂ ਇਹ ਬੰਦਾ ਨਹੀਂ ਮੰਨਦਾ, ਮੇਰਾ ਕਹਿਣਾ ਨਹੀਂ ਮੰਨਦਾ। ਉਸਨੇ ਚੋਰ ਚੋਰ ਦਾ ਰੌਲਾ ਪਾ ਦਿੱਤਾ। ਉਹ ਰਾਜੇ ਨੂੰ ਮਿਲਣ ਲਈ ਡਰਾਉਣ ਲੱਗੀ। ਉਸ ਇਸਤਰੀ ਨੇ ਆ ਕੇ ਫਿਰ ਕਿਹਾ ਕਿ ਮੇਰੀ ਗੱਲ ਸੁਣ ਲਵੋ,
मैं हुणे तैनूं बनवा दियांगी, जां मेरे नाल गलत काम करो। चोर चोर दे बोल सुन लोकी आ पहुँचे। उन्हां प्रति इस्त्री ने कहा कि मैं सुत्ती होई उठ के वरड़ाउण लग पई सां। उन्हां दे घरीं जाण ते इस्त्री ने मित्र दा हत्थ पकड़ के कहा, जां तां मेरे नाल गलत काम करो, नहीं तां मैं तुहानूं हुणे बनवाउंदी हां। भाव मैं दुबारा फिर चोर चोर कहा करांगी और तुहानूं बन के लै जाणगे। तद राजे ने चित्त विच इस तरह विचार किया कि मंत्र का सार यह है कि इस नाल कोई चरित्र खेड के निकलिया जाए। जे मैं भजदा हाँ तो इज्जत जाती है। फिर चोर चोर कह के फड़ा देना, इज्जत जाएगी। कोई बंदा पूछेगा इत्थे क्यों आया तू इहदे कोल। फिर जे मैं गलत काम करदा हाँ तो मेरा धर्म जाता है। दोवें गल्लां करके कठिन स्थिति बन गई है। हुण की कीता जावे। फिर एक गल होर है, सीधी पद्धरी गल है, ना मतलब ना बहानेबाजी कादी, डर कादा। कदी राजे तो धर्म का डर दस रहा भी राजा कहता उदा तो कोई गल नहीं, पर मैनू धर्म मेरा चले जाना इसलिए मैं डरदा। फिर एक होर डर पाया कि जे मैं गलत काम किया तो जे पुत्र पैदा होया तो वह भंड बनेगा, जे इस्त्री पैदा हुई, लड़की पैदा हुई, वो बेसवा बनेगी। मतलब लिखारी ये कहना चाहता है कि राजा गलत काम करन नूं मन जाता जेकर उहदे कोल कोई प्रबंध हुंदा कि बच्चा नहीं हो सकता। ए कहानी इधर नूं ले जा रहा कि वह डरदा सी कि जे मैं गलत काम किया तो जे तो होया पुत्र वो बनेगा भंड, तो जे हुई लड़की वो बनेगी बेसवा। इस करके वो राजा डरदा सी जे कोई ऐसा प्रबंध हुंदा कि बच्चा नहीं हो सकता तो की पता। मतलब कहानी इन्ने लचरतापूर्वक लिखी हुई है कि जिहदा कोई अंत नहीं है। राजे ने कहा, हे प्रिया मेरी गल सुन, मैं तो तेरी प्रीत वेख रहा सा, मैं तो तैनू टेस्ट कर रहा सी, पर मैं तेरे नाल सहमत हाँ, कोई गल नहीं। फिर होर उहदा बहुत उस्सत की उसनूं वरगलाउण लई। हुण इह कर, पोस्त भंग अफीम अते शराब मंगा, तू बहुत सारी शराब पी ते मैनू भंग दे घोट के, फिर मैं तेरे नाल गलत काम करांगा। इस तरह किया। इस्त्री ने जल्दी ना ये सारिया चीज़ां मंगवा लईआं। राजे ने गिलास भर भर के पूरी चंगी तरह उस औरत नूं शराब पिलाई, बहुत जोर नाल शराब पिलाई। वो नशे में हो गई। फिर वो राजा जिहड़ा सी उसने इस्त्री नूं मंजे ते सुट्टिया, उसनूं 60 मोहरां दित्तियां। हुण जिहड़ी सब तो विचारन वाली गल है यार, वो राजा कहानी देखो मतलब किन्नियां कच्चियां कहानियां ने। वो राजा सी, एडा मूर्ख सी, अज्ञानी सी, उसनूं मंत्र लैना। वो राजे दे दरबार विच वो वेसवा आई, कोई पहरेदार नहीं सी, कोई रोक टोक नहीं सी, आके चली। मतलब कहानी इन्नी कच्ची है ना, इन्नी बेमतलबी है जिहदा कोई अंत नहीं। कहण तो भाव इस तरह वो राजा चरित्र करके, पहला औरत ने चरित्र किया, वो बनी, उसने भेस बदलिया, ठीक है, और उदों बाद च राजे ने चरित्र किया, उसनूं शराबी करके 60 मोहरां दे के उत्थों राजा भज गया। यह है 16 नंबर चरित्र। इहदे विच किसी का नां नहीं लिखिया, इहदे विच इशारा ही है। इशारा किधर नूं है? सतलुज नदी का कंढा। उत्थे कौन है जिहदे कोल वर प्राप्त करना आउंदे? किधर नूं इशारा? उन्होंने कल नूं व्याख्या करनी आ। वो एक एक स्टैप, अद्धा अद्धा स्टैप अगे आउंदे आ। असीं कदी उन्हां नूं रोकदे नहीं। जे चरित्र शुरू कीते, पहलां तो बचित्र नाट मुंडिया गुरु गोबिंद सिंह की बाणी है, ਉਹਦਾ लिखिया होया, फिर आ चरित्र पाते। ਇਹਦਾ भी बड़े बड़े विद्वानां ने सिद्ध करता है। गुरु साहब ने उत्था किया, जिहड़ा कि असीं अगली वीडियो में दसांगे कि निरा कोरा झूठ है, 100% झूठ है। फिर हौली हौली उन्होंने उन्हां चरित्रां दे विच रला के आ 16 नंबर चरित्र लिखिया। ये सतलुज नदी दे कंढे जिहड़ा अगे 21, 22 ते 23
ਉੱਥੇ ਫਿਰ ਲਿਖਿਆ ਹੋਇਆ ਸਤਲੁਜ ਨਦੀ ਦੇ ਕੰਢੇ ਆਨੰਦਪੁਰ ਨੈਣਾ ਦੇਵੀ ਦੇ ਨੇੜੇ ਪੂਰਾ ਉਹਨਾਂ ਨੇ ਮਾਰ ਕਰਕੇ ਔਰ ਉੱਥੇ ਫਿਰ ਗੁਰੂ ਵੀ ਲਿਖ ਦਿੱਤਾ, ਨਾਂ ਨਹੀਂ ਲਿਖਿਆ। ਭਾਵ ਉਹ ਇੱਕ ਕੱਦਾ ਦਾ ਸਟੈਪ ਅੱਗੇ ਆ ਕੇ ਉਹਨਾਂ ਸਾਡੇ ਗੱਲ ਨੂੰ ਪਾ ਲਈ ਰੱਸੀ। ਅਸੀਂ ਐਡੇ ਮੂਰਖ ਹਾਂ, ਐਡੇ ਅਸੀਂ ਹੋਛੇ ਹਾਂ, ਸਾਡੇ ਕੋਈ ਗੁਰੂ ਦੀ ਸਿੱਖਾਂ ਦੀ ਇੱਕ ਚਰਿੱਤਰ 'ਚ ਸਿੱਖੀ ਦੀ ਬੇਇੱਜ਼ਤੀ ਕੀਤੀ ਹੋਈ ਹੈ ਸਿੱਧਾ ਹੀ। ਉਹ ਸਿੱਖ ਉਹ ਕੀਰਤਨ ਸੁਣਦਾ ਰਹਿੰਦਾ ਸੀ, ਘਰ ਉਹਦੇ ਕੁਛ ਹੋ ਰਿਹਾ ਸੀ, ਉਹ ਸਭ ਕੁਝ ਲਿਖਿਆ ਹੋਇਆ। ਪਰ ਸਿੱਖ ਸਾਡੇ ਵਿਦਵਾਨ ਇਹ ਕਹਿ ਰਹੇ ਨੇ ਕਿ ਮਹਾਰਿਸ਼ੀ ਵਾਸ਼ਟਵਾਨ ਦੇ ਗ੍ਰੰਥ ਦਾ ਉਲਥਾ। ਭੋਲਿਓ ਵੀਰੋ, ਇਹ ਝੂਠ ਹੈ, ਕੋਰਾ ਝੂਠ ਹੈ। ਇਹ ਚਰਿੱਤਰਾਂ ਨੇ ਸਾਨੂੰ ਖਤਮ ਕਰ ਦੇਣਾ। ਇਹ ਚਰਿੱਤਰਾਂ 'ਚ ਇੰਨੀਆਂ ਗੱਪਾਂ, ਐਡੇ ਵੱਡੇ ਵੱਡੇ, ਇਹ ਗ੍ਰੰਥ ਨੂੰ 1430 ਅੰਕ ਦੇ ਬਰਾਬਰ ਲਿਜਾਣਾ ਸੀ। ਇਸ ਕਰਕੇ ਇੱਕ ਗੱਲ ਨੂੰ ਕਈ ਵਾਰ ਕਰਕੇ ਘੁਮਾ ਫਿਰਾ ਕੇ ਇਹਨੂੰ 1428 ਅੰਕ ਤੱਕ ਲੈ ਗਏ। ਜਿਹੜੇ ਪੰਨੇ ਵੱਧ ਗਏ ਅੱਗੇ ਊੜਾ ਐੜਾ ਈੜੀ ਸੱਸਾ ਕਰਕੇ ਲਿਖ ਦਿੱਤੇ। ਇਹ ਸਭ ਸਾਨੂੰ ਭੁਲੇਖਾ ਪਾਉਣ ਲਈ ਆ। ਆਓ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਇਹ ਕੰਮ ਬਹੁਤ ਔਖਾ ਹੈ, ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਕਿ ਇਹ ਜਿਹੜੇ ਵੀਡੀਓ ਨੇ ਇਹਨਾਂ ਨੂੰ ਸਾਰੇ ਸਿੱਖ ਜਗਤ ਵਿੱਚ ਫੈਲਾ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਬਚਿੱਤਰ ਨਾਟਕ ਅਸਲ ਵਿੱਚ ਹੈ ਕੀ। ਇਹਦੇ ਵਿੱਚ ਕੋਈ ਵੀ ਕੰਮ ਦੀ ਗੱਲ ਨਹੀਂ ਆ। ਇਹ ਅਸ਼ਲੀਲਤਾ ਹੈ, ਝੂਠ ਹੈ, ਕੋਈ ਕਾਮ ਦੀ ਸਿੱਖਿਆ ਨਹੀਂ। ਜੇ ਤੁਹਾਨੂੰ ਮੈਂ ਹੁਣ ਪੂਰੀਆਂ ਵੀਡੀਓ ਖੁੱਲ੍ਹ ਕੇ ਸੁਣਾ ਨਹੀਂ ਸਕਦਾ, ਕਿਉਂਕਿ ਮੈਂ ਚਾਹੁੰਦਾ ਇਹਦੇ ਵਿੱਚ ਸਿਰਫ ਇਸਤਰੀ ਜਾਤੀ ਦੀ ਬਦਨਾਮੀ ਹੈ। ਇਸਤਰੀ ਜਾਤੀ ਦੇ ਨਾਂ ਨੂੰ ਕਲੰਕਿਤ ਕੀਤਾ ਹੋਇਆ ਕਿ ਜਿਹੜੀਆਂ ਇਸਤਰੀਆਂ ਹੁੰਦੀਆਂ ਹਨ ਉਹ ਬੜੀਆਂ ਦੋਸ਼ਪੂਰਨ ਹੁੰਦੀਆਂ ਨੇ, ਚਲਿੱਤਰਬਾਜ਼ ਹੁੰਦੀਆਂ ਹਨ, ਧੋਖੇਬਾਜ਼ ਹੁੰਦੀਆਂ ਹਨ। ਵੀ ਜੇ ਸਿੱਖੋ ਤੁਸੀਂ ਇੰਝ ਹੀ ਸਮਝਦੇ ਹੋ ਫਿਰ ਤੁਸੀਂ ਇਸ ਗ੍ਰੰਥ ਨੂੰ ਮੰਨ ਲਓ। ਜੇ ਸਮਝੋ ਕਿ ਇਸਤਰੀਆਂ ਨੂੰ ਸਤਿਕਾਰ ਦੇਣਾ ਬਣਦਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਫਿਰ ਇਹਨਾਂ ਨੂੰ ਰੱਦ ਕਰਨਾ ਪੈਣਾ ਹੈ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।